7 ਸਾਲ 8ਵਾਂ ਸਾਲ ਜਾ ਰਿਹਾ ਮੋਦੀ ਸਾਹਿਬ ਨੂੰ। 8 ਸਾਲਾਂ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਬੁਲਾਇਆ। 8 ਸਾਲਾਂ ਵਿੱਚ ਸਿੱਖਾਂ ਦੇ ਹਿੱਤ ਨਹੀਂ ਦਿਖਾਈ ਦਿੱਤੇ। 8 ਸਾਲਾਂ ਵਿੱਚ ਸਿੱਖਾਂ ਦੇ ਦਰਦ ਨਹੀਂ ਦਿਖਾਈ ਦਿੱਤੇ। 8 ਸਾਲਾਂ ਵਿੱਚ ਕਿਸਾਨਾਂ ਦੇ ਕੋਈ ਦਰਦ ਨਹੀਂ ਦਿਖਾਈ ਦਿੱਤੇ। ਆਖਿਰ ਅਚਾਨਕ ਇਹ ਕਿਉਂ? ਤੁਸੀਂ ਇਹ ਦੇਖੋ ਵੀ ਸਾਡੇ ਪੰਜਾਬ ਦਾ ਨੁਕਸਾਨ ਭਾਜਪਾ ਨੇ ਆਮ ਕਰਕੇ ਤੇ ਪ੍ਰਧਾਨ ਮੰਤਰੀ ਜੀ ਨੇ ਖਾਸ ਕਰਕੇ ਕਿੰਨਾ ਕੀਤਾ। ਹੁਣ ਅਗਲੀ ਗੱਲ ਜਿਹੜੀ ਹੈ, ਸਾਡੇ 'ਚ ਨੁਕਸ ਕਿੱਥੇ ਹੈ? ਅਸੀਂ ਜਦੋਂ ਵੀ ਕੋਈ ਸਾਡੇ ਨਾਲ ਮਾੜਾ ਜਿਹਾ ਝੁੱਕ ਕੇ ਗੱਲ ਕਰਦਾ, ਅਸੀਂ ਦੁੱਗਣੇ ਝੁੱਕ ਜਾਂਦੇ ਹਾਂ। ਅੱਜ ਮੈਂ ਪੁੱਛਦਾ ਹਾਂ ਸਰਸਾ ਸਾਹਿਬ ਜੀ ਨੂੰ, ਸ਼੍ਰੋਮਣੀ ਕਮੇਟੀ ਦਿੱਲੀ ਦੇ ਪ੍ਰਧਾਨ ਸੀ, ਲੈ ਗਏ ਤਾਂ ਅੱਜ ਕੀ ਉਹਨਾਂ ਨੂੰ ਲੋੜ ਪੈ ਗਈ ਭਾਜਪਾ ਵਿੱਚ ਜਾ ਕੇ ਵੜਨ ਦੀ? ਮੋਦੀ ਜੀ ਮੁਸਲਮਾਨਾਂ ਦੇ ਪੈਰੀਂ ਪੈ ਰਿਹਾ, ਯੋਗੀ ਜੀ ਮੁਸਲਮਾਨਾਂ ਦੇ ਪੈਰੀਂ ਪੈ ਰਿਹਾ, ਔਰ ਦੂਸਰੇ ਪਾਸੇ ਇਹਨਾਂ ਦੇ ਧਰਮ ਜਿਹੜੇ ਹੈਗੇ ਜਮਾਤਾਂ ਨੇ, ਧਰਮ ਦੇ ਜਿਹੜੇ ਇਹਨਾਂ ਦੇ ਪੈਰੋਕਾਰ ਨੇ ਵੱਡੇ, ਉਹ ਕਹਿੰਦੇ ਨੇ ਕਿ ਮੁਸਲਮਾਨਾਂ ਨੂੰ ਮਾਰਨਾ ਸੀ, ਅਸੀਂ ਛੱਡਣਾ ਹੀ ਨਹੀਂ ਕਿਸੇ ਨੂੰ। ਹੁਣ ਸਾਨੂੰ ਸਾਡੇ ਜਿਹੜੇ ਵਿਦਵਾਨ ਨੇ ਜਾਂ ਸਾਡੇ ਸੰਤ ਮਹਾਰਾਜ ਨੇ, ਦੇਖੋ ਜੀ ਗੁਰੂ ਸਾਹਿਬ ਨੇ ਲਿਖਿਆ ਜੋ ਸ਼ਰਨ ਆਏ ਤਿਸੇ ਕੰਠ ਲਾਏ। ਮੋਦੀ ਤੁਹਾਡੀ ਸ਼ਰਨ ਆਇਆ, ਗੱਲ ਕਿੱਧਰ ਨਹੀਂ ਜਾਂਦੀ ਹੈ? ਤੇ ਸ਼ਰਨ ਗੁਰੂ ਦੀ ਆਉਣਾ ਹੈ, ਗੁਰੂ ਪੰਥ ਦੀ ਸ਼ਰਨ ਆਉਣਾ ਹੈ। ਤੇ ਗੁਰੂ ਪੰਥ ਦੀ ਸ਼ਰਨ ਕਿਵੇਂ ਆਇਆ ਜਾਂਦਾ? ਇਹ ਵੀ ਸਾਡੇ ਮਹਾਂਪੁਰਖਾਂ ਨੂੰ ਪਤਾ ਹੈ, ਅਣਜਾਣ ਨਹੀਂ ਗੇ। ਪੰਥ ਕਿਸੇ ਦੇ ਘਰੇ ਚੱਲ ਕੇ ਨਹੀਂ ਜਾਂਦਾ, ਕਿਸੇ ਰਾਜੇ ਕੋਲੇ। ਇਹ ਇਤਿਹਾਸ 'ਚ ਲਿਖਿਆ ਹੋਇਆ। ਤੇ ਸਿੱਖਾਂ ਤੋਂ ਦੋ ਤਹਿਸੀਲਾਂ 'ਚ ਬਹੁਤ ਗਿਣਤੀ ਸਾਬਤ ਨਹੀਂ ਹੋਈ ਸਿੱਖਾਂ ਦੀ ਉਸ ਵੇਲੇ ਦੇ ਪੰਜਾਬ 'ਚ। ਕੇਵਲ ਤੇ ਕੇਵਲ ਮੋਗਾ ਤਹਿਸੀਲ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ, ਜਾਂ ਤਰਨਤਾਰਨ ਤਹਿਸੀਲ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ। ਇਹਨਾਂ ਦੋਵਾਂ ਦੀਆਂ ਹੱਦਾਂ ਨਹੀਂ ਸੀ ਰਲਦੀਆਂ। ਇਹ ਵੀ ਸਾਡੀ ਤਰਾਸਦੀ ਹੈ ਇੱਕ ਇਤਿਹਾਸ ਦੀ, ਇਹ ਵੀ ਕੋਈ ਨਹੀਂ ਵੇਖਿਆ ਕਿਸੇ ਨੇ। ਜੇ ਉਹ ਆ ਜਾਂਦਾ, ਉਹਨੇ ਕਹਿਣਾ ਸੀ ਸਾਰੀ ਮੇਰੀ ਪਟਿਆਲਾ ਰਿਆਸਤ ਸਿੱਖ ਹੈ, ਤੇ ਸਾਰੀ ਮੇਰੀ ਫਰੀਦਕੋਟ ਰਿਆਸਤ ਸਿੱਖ ਹੈ, ਸਾਰੀ ਜੀਨ ਸਾਰਾ ਸਿੱਖ ਹੀ ਬੈਠਿਆਂ ਸੀ। ਤੇ ਕਿਤੇ ਦੀ ਕਿਤੇ ਗੱਲ ਜਾਣੀ ਸੀ, ਤੇ ਦਿਓ ਸਾਡੇ ਵਾਸਤੇ ਤੀਜਾ ਹਿੱਸਾ। ਮੈਂ ਸੁਖਬੀਰ ਸਿੰਘ ਮੋਗਾ, ਤੁਸੀਂ ਜੁੜ ਚੁੱਕੇ ਹੋ ਪੰਜ ਪਾਣੀ ਨਿਊਜ਼ ਨਾਲ। ਅਸੀਂ ਇਸ ਵੇਲੇ ਸਰਦਾਰ ਅੰਗਰੇਜ਼ ਸਿੰਘ ਐਡਵੋਕੇਟ ਕੋਲ ਬੈਠੇ ਹਾਂ, ਗੱਲਬਾਤ ਕਰਨ ਵਾਸਤੇ ਉਹਨਾਂ ਨਾਲ ਆਏ ਹਾਂ। ਤੁਸੀਂ ਚੰਗਾ ਹੁੰਗਾਰਾ ਦਿੱਤਾ, ਇਸੇ ਤਰ੍ਹਾਂ ਸਾਨੂੰ ਹੁੰਗਾਰਾ ਦਿੰਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਪੰਜ ਪਾਣੀ ਨਿਊਜ਼ ਟੀਮ ਔਰ ਮੇਰੇ ਪੰਜ ਪਾਣੀ ਦਾ ਪ੍ਰੋਗਰਾਮ ਦੇਖਣ ਵਾਲੇ ਮੇਰੇ ਸਮੂਹ ਭਾਰਤ ਦੇ ਪੰਜਾਬ ਦੇ ਸੂਝਵਾਨ ਦਰਸ਼ਕ ਵੀਰੋ, ਆਪ ਸਭ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਸਰਦਾਰ ਅੰਗਰੇਜ਼ ਸਿੰਘ ਜੀ, ਪ੍ਰਧਾਨ ਮੰਤਰੀ ਕੋਲ ਸੰਤ ਮਹਾਂਪੁਰਸ਼ ਅਤੇ ਵਿਦਵਾਨ ਸੱਜਣ, ਸੰਤਾਂ 'ਚ ਸੰਤ ਬਲਵੀਰ ਸਿੰਘ ਸੀਚੇ ਵਾਲ ਮੇਨ ਗਏ, ਅਤੇ ਸਰਦਾਰ ਤਰਲੋਚਨ ਸਿੰਘ ਵਿਦਵਾਨ ਬੰਦੇ ਪੰਜਾਬ ਦੇ, ਉਹ ਜਾਂਦੇ ਆ। ਮੋਦੀ ਜੀ ਉਹਨਾਂ ਦੀ ਆਓ ਭਗਤ ਵੀ ਚੰਗੀ ਕਰਦੇ ਆ। ਹੁਣ ਗੱਲ ਇਹ ਆ ਵੀ ਪੰਜਾਬ ਜਾਂ ਸਿੱਖ ਕੌਮ ਦਾ ਕੋਈ ਇਹਦੇ 'ਚ ਸਾਨੂੰ ਭਲਾ ਹੋਣ ਦੀ ਆਸ ਹੈ ਇਸ ਮੁਲਾਕਾਤਾਂ ਤੋਂ, ਕੀ ਸਮਝਦੇ ਤੁਸੀਂ? ਸਰ ਸੁਖਬੀਰ ਸਿੰਘ ਜੀ, ਮੈਂ ਪਹਿਲਾਂ ਵੀ ਵਾਰ ਤੁਹਾਨੂੰ ਦੱਸ ਚੁੱਕਿਆ ਕਿ ਇਤਿਹਾਸ ਆਪਦੇ ਆਪ ਨੂੰ ਦੁਹਰਾਉਂਦਾ ਜੀ। ਤੁਸੀਂ ਇਹ ਗੱਲ ਕਹੋਗੇ ਵੀ ਮੋਦੀ ਸਾਹਿਬ ਦਾ ਅਤੇ ਸੰਤਾਂ ਨੂੰ ਬੁਲਾਉਣ 'ਚ ਕੀ ਇਤਿਹਾਸ ਦੁਹਰਾਉਂਦਾ ਆਪਦੇ ਆਪ ਨੂੰ? ਮੈਂ ਫਿਰ ਉਹੀ ਗੱਲ ਦੁਹਰਾਉਣਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਨੇ ਬੁਲਾਇਆ ਜੀ, ਬੁਲਾਇਆ ਕਿ ਤੁਸੀਂ ਮੇਰੇ ਨਾਲ ਗੱਲ ਕਰੋ। ਸਿੱਖ ਕਹਿਣ ਲੱਗੇ ਮਹਾਰਾਜ ਆਪਾਂ ਕੀ ਕਰਨਾ ਦੱਖਣ ਜਾ ਕੇ, ਆਪਾਂ ਕੀ ਲੈਣਾ ਹੈ, ਅਤੇ ਔਰੰਗਜ਼ੇਬ ਨੇ ਸਾਡੇ ਨਾਲ ਥੋੜ੍ਹਾ ਕੁਛ ਕੀਤਾ। ਤਾਂ ਸਤਿਗੁਰਾਂ ਦਾ ਇੱਕੋ ਇੱਕ ਜਵਾਬ ਸੀਗਾ ਵੀ ਆਖਰ ਗੱਲ ਤਾਂ ਰਾਜੇ ਨਾਲ ਹੀ ਹੋਣੀ ਹੈ ਜੀ। ਹੁਣ ਰਾਜੇ ਦੀ ਨੀਅਤ ਕੀ ਹੈ ਜੀ, ਇਹ ਰਾਜੇ 'ਤੇ ਨਿਰਭਰ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਨੂੰ ਨਹੀਂ ਗਏ, ਨਹੀਂ ਮੇਲ ਹੋਇਆ, ਗੱਲ ਵੱਖਰੀ ਹੈ। ਹੁਣ ਗੱਲ ਇੱਥੇ ਵੀ ਉਹ ਗੱਲ ਬਣਨੀ ਹੈ ਜੀ। ਤੁਸੀਂ ਇਹ ਦੇਖੋ ਵੀ ਸਾਡੇ ਪੰਜਾਬ ਦਾ ਨੁਕਸਾਨ ਭਾਜਪਾ ਨੇ ਆਮ ਕਰਕੇ ਤੇ ਪ੍ਰਧਾਨ ਮੰਤਰੀ ਜੀ ਨੇ ਖਾਸ ਕਰਕੇ ਕਿੰਨਾ ਕੀਤਾ ਜੀ। ਸੈਂਕੜੇ ਸਾਡੇ ਸ਼ਹੀਦ ਉੱਥੇ ਹੋਏ ਜੀ ਕਿਸਾਨ। ਦੇਖੋ ਸਾਡੇ 750, ਅੱਜ ਮੈਂ ਕੱਲ੍ਹ ਪੜ੍ਹ ਰਿਹਾ ਸੀ, 733 ਸਿੱਖ ਜਿਹੜੇ ਹੈ
ਜਦ ਕਿਸਾਨ ਜਿਹੜੇ ਆ, ਮੈਂ ਸਿੱਖ ਨਹੀਂ ਕਹਿੰਦਾ, ਕਿਸਾਨ ਕਹਿੰਦਾ, ਹਾਂਜੀ ਉਹ ਸਾਡੇ ਸ਼ਹੀਦ ਹੋ ਗਏ। ਜੀ ਉਹਨਾਂ ਦੇ ਵਿਰੁੱਧ ਸੈਂਕੜੇ ਕੇਸ ਬਣਾਤੇ ਜੀ। ਸੈਂਕੜੇ ਕੇਸ ਬਣਾਉਣ ਦੇ ਨਾਲ ਉਸ ਤੋਂ ਉਪਰੰਤ ਉਹਨਾਂ ਨੂੰ ਨਾ ਤਾਂ ਹਾਂ ਦਾ ਨਾਅਰਾ ਕਿਸੇ ਨੇ ਮਾਰਿਆ ਅਤੇ ਨਾ ਕੇਸ ਵਾਪਸ ਲਏ। ਔਰ ਇਹ ਗੱਲ ਉੱਥੇ ਕਹੀ ਗਈ ਹੈ ਕਰਨਾਲ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ, ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਜੀ। ਫਿਰ ਇੱਧਰ ਜਾ ਕੇ 4-5 ਸਿੱਖਾਂ ਨੂੰ ਜਿਹੜੇ ਹੈਗੇ ਆ ਲਖੀਮਪੁਰ ਖੀਰੀ ਦੇ ਵਿੱਚ ਦਰੜਿਆ, ਉੱਥੇ ਦਰੜਿਆ। ਅਤੇ ਸਾਰੀ ਦੁਨੀਆ ਨੂੰ ਪਤਾ, ਅਤੇ ਮੋਦੀ ਸਾਹਿਬ ਬਿਲਕੁਲ ਚੁੱਪ ਹੈ। ਮੋਦੀ ਸਾਹਿਬ ਨੂੰ ਕਿਉਂ ਨਹੀਂ ਦਿਸਦਾ ਇਹ ਗੱਲ? ਹਾਂਜੀ, ਕਿਉਂ ਨਹੀਂ ਇੱਕ ਤਾਂ ਹਾਂ ਦਾ ਨਾਅਰਾ ਮਾਰਿਆ? ਜ਼ਮਾਨਤ ਤੇ ਉਹ ਦੋਸ਼ੀ ਬਾਹਰ ਆ ਗਿਆ ਜੀ। ਹੁਣ ਦੂਸਰੀ ਗੱਲ ਜਿਹੜੀ ਹੈ, ਅਸੀਂ ਜਿਹੜੀਆਂ ਕੌਂਸਪੀਰੇਸੀ, ਦੇਖੋ ਮੈਨੂੰ ਨਾ ਤਾਂ ਮੋਦੀ ਸਾਹਿਬ ਦੇ ਬੁਲਾਉਣ ਦੇ ਉੱਤੇ ਸ਼ੱਕ ਹੈ ਅਤੇ ਨਾ ਮੈਨੂੰ ਉਹਨਾਂ ਦੇ ਬੁਲਾਉਣ 'ਤੇ ਖੁਸ਼ੀ ਹੈ ਜੀ। ਮੈਂ ਸ਼ੱਕ ਨਹੀਂ ਪੈਦਾ ਕਰਦਾ ਕਿਉਂਕਿ ਰਾਜਾ ਹੈ, ਅਕਸਰ ਤਾਂ ਮਿਲਣਾ ਪੈਣਾ ਹੈ ਜੀ। ਪਰ ਮੈਂ ਇਹਨੂੰ ਚੰਗਾ ਵੀ ਨਹੀਂ ਸਮਝਦਾ ਕਿਉਂਕਿ ਇਹਦੇ ਪਿੱਛੇ ਭਾਵਨਾ ਕੀ ਹੈ, ਮੈਨੂੰ ਭਾਵਨਾ ਵੀ ਨਹੀਂ ਚੰਗੀ ਲੱਗ ਰਹੀ ਜੀ। ਸਾਰਾ ਕੁਝ ਅੱਜ ਕਿਉਂ ਹੋ ਰਿਹਾ ਹੈ? ਸਾਰਾ ਕੁਝ ਜੀ 7 ਸਾਲ 8ਵਾਂ ਸਾਲ ਜਾ ਰਿਹਾ ਮੋਦੀ ਸਾਹਿਬ ਨੂੰ। 8 ਸਾਲਾਂ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਬੁਲਾਇਆ ਜੀ। 8 ਸਾਲਾਂ ਵਿੱਚ ਸਿੱਖਾਂ ਦੇ ਹਿੱਤ ਨਹੀਂ ਦਿਖਾਈ ਦਿੱਤੇ ਜੀ। 8 ਸਾਲਾਂ ਵਿੱਚ ਸਿੱਖਾਂ ਦੇ ਦਰਦ ਨਹੀਂ ਦਿਖਾਈ ਦਿੱਤੇ ਜੀ। 8 ਸਾਲਾਂ ਵਿੱਚ ਕਿਸਾਨਾਂ ਦੇ ਕੋਈ ਦਰਦ ਨਹੀਂ ਦਿਖਾਈ ਦਿੱਤੇ ਜੀ। ਆਖਿਰ ਅਚਾਨਕ ਇਹ ਕਿਉਂ? ਹੁਣ ਹੇਜ ਕਾਹਤੋਂ ਜਾਗ ਪਿਆ? ਹੁਣ ਸਵਾਲ ਤਾਂ ਪੈਦਾ ਹੋਊਗਾ ਨਾ, ਹਾਂਜੀ। ਅਚਾਨਕ ਇਹ ਕਿਉਂ? ਜੀ। ਹੁਣ ਇਹਦੀਆਂ ਜਿਹੜੀਆਂ ਜਦੋਂ ਅਸੀਂ ਕੜੀਆਂ ਜੋੜਾਂਗੇ ਨਾ ਸਾਜ ਜੀ, ਕੜੀਆਂ ਜਿਹੜੀਆਂ ਨੇ ਬੜੀਆਂ ਨਿਰਾਸ਼ਾਜਨਕ ਹੋ ਕੇ ਜੁੜਦੀਆਂ ਨੇ ਜੀ। ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਸਾਡਾ ਭਾਰਤ ਹੈਗਾ, ਭਾਰਤ ਦੇ ਵਿੱਚ ਖਾਸ ਗੱਲ ਕਹੀ ਗਈ ਹੈ ਕਿ ਪ੍ਰਧਾਨ ਮੰਤਰੀ ਦੀ ਗੱਦੀ ਨੂੰ ਰਸਤਾ ਉੱਤਰ ਪ੍ਰਦੇਸ਼ ਵਿੱਚ ਦੀ ਜਾਂਦਾ ਹੈ ਜੀ। ਔਰ ਅੱਜ ਉੱਤਰ ਪ੍ਰਦੇਸ਼ ਨੂੰ ਜਿੱਤਣਾ ਇਹਨਾਂ ਦੀ ਪ੍ਰਾਇਓਰਟੀ ਹੈ, ਪਹਿਲ ਹੈ ਇਹ। ਜੀ। ਮੈਂ ਹੈਰਾਨ ਹੋ ਜਾਂਦਾ ਇਹਨਾਂ ਦੀਆਂ ਚਾਲਾਂ 'ਤੇ। ਮੈਂ ਚਾਲਾਂ ਕਹੂੰਗਾ ਕਿਉਂਕਿ ਇਹ ਰਾਜਨੀਤੀ ਨਹੀਂ ਹੈ, ਇਹ ਰਾਜਨੀਤੀ ਨਹੀਂ। ਅੱਜ ਯੋਗੀ ਜੀ ਮੁਸਲਮਾਨਾਂ ਦੇ ਬੱਚਿਆਂ ਨੂੰ ਬੜਾ ਪਿਆਰ ਕਰ ਰਹੇ, ਉਹਨਾਂ ਨੂੰ ਚੱਕ ਕੇ ਖਿਡਾ ਰਹੇ ਜੀ। ਅੱਜ ਮੋਦੀ ਸਾਹਿਬ ਮੁਸਲਮਾਨਾਂ ਦੀਆਂ ਔਰਤਾਂ ਦੀਆਂ ਪੈਰੀਂ ਪੈ ਰਹੇ ਹੈ ਜੀ। ਯਾਰ ਪ੍ਰਧਾਨ ਮੰਤਰੀ ਹੋ ਦੇਸ਼ ਦੇ ਤੁਸੀਂ, ਹਾਂਜੀ। ਤੁਸੀਂ ਪਾਰਟੀ ਦੇ ਨੇਤਾ ਥੋੜ੍ਹੀ ਹੈ। ਜੀ। ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਣਗੀਆਂ ਉਦੋਂ ਤੁਸੀਂ ਪਾਰਟੀ ਦੇ ਨੇਤਾ ਬਣ ਜਿਓ। ਅੱਜ ਤਾਂ ਤੁਸੀਂ ਪ੍ਰਧਾਨ ਮੰਤਰੀ ਹੋ ਇਹ ਸੌਦੇ 'ਤੇ। ਹਾਂਜੀ। ਤੁਸੀਂ ਇੱਥੇ ਪੰਜਾਬ ਵਿੱਚ ਆਉਂਦੇ ਹੋ ਤਾਂ ਸਿੱਖਾਂ ਦੀ ਕਿਤੇ ਛਾਂ ਵੀ ਹੈ ਨਹੀਂ ਦੂਰ ਤਾਈਂ। 1.5 ਮੀਲ ਪਰਾਂ, 1.5 ਕਿਲੋਮੀਟਰ ਪਰਾਂ ਉਹ ਬੈਠੇ ਨੇ। ਔਰ ਬੈਠੇ ਵੀ ਇਸ ਕਰਕੇ ਵੀ ਉਹਨਾਂ ਨੂੰ ਕੀ ਪਤਾ ਵੀ ਤੁਸੀਂ ਲੰਘਣਾ। ਹਾਂਜੀ। ਹਾਂਜੀ। ਉਹਨੂੰ ਤਾਂ ਤੁਸੀਂ ਬੜਾ ਵੱਡਾ ਹੂਆ ਤੇ ਬਣਾ ਕੇ ਰੱਖ ਲਿਆ। ਹਾਂਜੀ। ਆਖਿਰ ਕਿਉਂ ਬਣਾਇਆ ਵੀ? ਜੀ। ਭਾਵਨਾ, ਮੁੱਦਾ ਖੜਾ ਕਰਨਾ ਸੀ ਨਾ। ਭਾਵਨਾ ਦੇਖੋ, ਭਾਵਨਾ ਕੀ ਹੈ? ਮਨ ਦਾ ਕਿ ਚੰਗੀ ਭਾਵਨਾ। ਹਾਂਜੀ। ਠੀਕ ਹੈ ਨਾ। ਆਪਦੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਬਚ ਕੇ ਚਲਾ ਗਿਆ, ਤੁਹਾਡੇ ਨੇੜੇ ਨਹੀਂ ਕੋਈ ਪਹੁੰਚਿਆ, ਤੁਹਾਨੂੰ ਕਿਸੇ ਨੇ ਕੋਈ ਗੱਲ ਨਹੀਂ ਹੋਈ, ਤਾਂ ਔਰ ਸਾਰੀ ਚਾਲ ਤੁਹਾਡੀ ਹੈ ਅਤੇ ਫਸਾ ਲਿਆ ਤੁਸੀਂ ਪੰਜਾਬ ਨੂੰ। ਜੀ। ਅੱਜ ਪੰਜਾਬ ਦੇ ਸਿੱਖਾਂ ਨੂੰ ਦਰਦ ਤੁਹਾਨੂੰ ਜਾਗਿਆ ਕਿਉਂ? ਜੀ। ਅਸੀਂ ਨਹੀਂ ਇਹ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ, ਮੁਲਾਕਾਤ ਹੋਣੀ ਚਾਹੀਦੀ ਹੈ, ਪਰ ਭਾਵਨਾ ਤਾਂ ਸ਼ੁੱਧ ਹੋਵੇ ਨਾ। ਜੀ। ਹੁਣ ਅਗਲੀ ਗੱਲ ਜਿਹੜੀ ਹੈ, ਸਾਡੇ 'ਚ ਨੁਕਸ ਕਿੱਥੇ ਹੈ? ਅਸੀਂ ਜਦੋਂ ਵੀ ਕੋਈ ਸਾਡੇ ਨਾਲ ਮਾੜਾ ਜਿਹਾ ਝੁੱਕ ਕੇ ਗੱਲ ਕਰਦਾ, ਅਸੀਂ ਦੁੱਗਣੇ ਝੁੱਕ ਜਾਂਦੇ ਹਾਂ। ਜੀ। ਅੱਜ ਮੈਂ ਪੁੱਛਦਾ ਹਾਂ ਸਰਸਾ ਸਾਹਿਬ ਜੀ ਨੂੰ, ਸ਼੍ਰੋਮਣੀ ਕਮੇਟੀ ਦਿੱਲੀ ਦੇ ਪ੍ਰਧਾਨ ਸੀ ਜੀ, ਲੈ ਗਏ ਤਾਂ ਅੱਜ ਕੀ ਉਹਨਾਂ ਨੂੰ ਲੋੜ ਪੈ ਗਈ ਭਾਜਪਾ ਵਿੱਚ ਜਾ ਕੇ ਵੜਨ ਦੀ? ਜੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸਿੱਖਾਂ ਦੀ ਕਮੇਟੀ ਹੈ ਜੀ, ਔਰ ਜਿਸ ਨੂੰ ਕਿ ਭਾਜਪਾ ਵਾਲੇ ਸਿੱਖਾਂ ਨੂੰ ਸਿੱਖ ਨਹੀਂ ਮੰਨਦੇ ਜੀ, ਅਤੇ ਤੁਸੀਂ ਸਿੱਖਾਂ ਦੀ ਕਮੇਟੀ ਦੇ ਐਡੀ ਵੱਡੀ ਜਮਾਤ ਦੇ ਨੁਮਾਇੰਦੇ ਹੁੰਦੇ ਹੋਏ ਭਾਜਪਾ ਸ਼ਾਮਲ ਕਿਉਂ ਹੋਏ ਆ? ਜਵਾਬ ਸਿੱਖਾਂ ਨੂੰ ਦਿਓ ਜੀ। ਆ ਮੁਖੀ ਹੁੰਦੇ ਹੋ ਤੁਸੀਂ ਉੱਥੇ ਗਏ ਆ ਯਾਰ, ਕਿਉਂ ਤੁਸੀਂ ਸਾਡੇ ਨਾਲ ਖੇਡਾਂ ਖੇਡਦੇ ਹੋ? ਸਾਡੇ ਸਿੱਖੋ ਕਿ ਸਾਡੇ ਨਾਲ ਕਿਉਂ ਖੇਡਾਂ ਖੇਡਦੇ ਹੋ? ਤੁਸੀਂ ਭਾਜਪਾ 'ਚ ਸ਼ਾਮਲ ਹੋਣਾ ਸੀ, ਅਸਤੀਫਾ ਦੇਤਾ, ਜੋ ਕਰ ਲਿਆ, ਲੇਕਿਨ ਸਵਾਲ ਹੈ ਵੀ ਇਹ ਕਿਵੇਂ ਕਹੋਗੇ ਵੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਪ੍ਰਧਾਨ ਨਹੀਂ ਸੀ ਜੀ, ਅੱਜ ਤੁਸੀਂ ਪ੍ਰਧਾਨਗੀ ਮੰਨ ਲਓ ਛੱਡਤੀ, ਇਹਦਾ ਮਤਲਬ ਇਹ ਕੀ ਹੋ ਗਿਆ? ਤੁਸੀਂ ਤਾਂ ਫਿਰ ਹਿੰਦੂ ਹੋ ਗਏ ਜੀ। ਜਿਹੋ ਜਿਹਾ ਬਾਦਲ ਹਿੰਦੂ ਆ, ਅਕਾਲੀ ਦਲ ਦਾ ਪ੍ਰਧਾਨ ਹੋ ਗਿਆ, ਉਹ ਜਿਹੇ ਤੁਸੀਂ ਹਿੰਦੂ ਹੈ। ਕੋਈ ਫਰਕ ਨਹੀਂ, ਮੈਨੂੰ ਤਾਂ ਨਹੀਂ ਕੋਈ ਫਰਕ ਲੱਗਦਾ ਤੁਹਾਡੇ 'ਚ। ਹੁਣ ਇਹ ਕਿਉਂ ਹੋਇਆ? ਮੋਦੀ ਜੀ ਮੁਸਲਮਾਨਾਂ ਦੇ ਪੈਰੀਂ ਪੈ ਰਿਹਾ, ਯੋਗੀ ਜੀ ਮੁਸਲਮਾਨਾਂ ਦੇ ਪੈਰੀਂ ਪੈ ਰਿਹਾ,
ਔਰ ਦੂਸਰੇ ਪਾਸੇ ਇਹਨਾਂ ਦੇ ਧਰਮ ਜਿਹੜੇ ਹੈਗੇ ਜਮਾਤਾਂ ਨੇ, ਧਰਮ ਦੇ ਜਿਹੜੇ ਇਹਨਾਂ ਦੇ ਪੈਰੋਕਾਰ ਨੇ ਵੱਡੇ, ਉਹ ਕਹਿੰਦੇ ਨੇ ਕਿ ਮੁਸਲਮਾਨਾਂ ਨੂੰ ਮਾਰਨਾ ਸੀ, ਅਸੀਂ ਛੱਡਣਾ ਹੀ ਨਹੀਂ ਕਿਸੇ ਨੂੰ। ਯਾਰ ਗੱਲ ਕਿਵੇਂ ਬਣੂਗੀ? ਦੇਖੋ ਮੈਨੂੰ ਭਾਵਨਾ ਇਹਨਾਂ ਦੀ ਸਾਫ਼ ਨਹੀਂ ਲੱਗਦੀ, ਪ੍ਰਧਾਨ ਜੀ ਮੰਤਰੀ ਜੀ ਦੀ। ਮੈਨੂੰ BJP ਦੀ ਭਾਵਨਾ ਨਹੀਂ ਚੰਗੀ ਲੱਗਦੀ। ਨਰੋਲ ਰਾਜਸੀ ਹਿੱਤਾਂ ਨੂੰ ਵੀ ਪਾਸੇ ਰੱਖ ਦਿਓ। ਨਰੋਲ ਗੁਲਾਮ ਕਰਨ ਦੇ ਹਿੱਤ ਲੱਗਦੇ ਸਾਨੂੰ। ਹੁਣ ਸਾਨੂੰ ਅਸੀਂ ਸਾਡੇ ਜਿਹੜੇ ਵਿਦਵਾਨ ਨੇ ਜਾਂ ਸਾਡੇ ਸੰਤ ਮਹਾਰਾਜ ਨੇ, ਦੇਖੋ ਜੀ ਗੁਰੂ ਸਾਹਿਬ ਨੇ ਲਿਖਿਆ ਜੋ ਸ਼ਰਨ ਆਏ ਤਿਸੇ ਕੰਠ ਲਾਏ। ਮੋਦੀ ਤੁਹਾਡੀ ਸ਼ਰਨ ਆਇਆ, ਗੱਲ ਕਿੱਧਰ ਨੂੰ ਜਾਂਦੀ ਹੈ? ਤੇ ਸ਼ਰਨ ਗੁਰੂ ਦੀ ਆਉਣਾ ਹੈ, ਗੁਰੂ ਪੰਥ ਦੀ ਸ਼ਰਨ ਆਉਣਾ ਹੈ। ਤੇ ਗੁਰੂ ਪੰਥ ਦੀ ਸ਼ਰਨ ਕਿਵੇਂ ਆਇਆ ਜਾਂਦਾ? ਇਹ ਵੀ ਸਾਡੇ ਸਾਰੇ ਮਹਾਂਪੁਰਖਾਂ ਨੂੰ ਪਤਾ ਹੈ, ਅਣਜਾਣ ਨਹੀਂ ਗੇ। ਪੰਥ ਕਿਸੇ ਦੇ ਘਰੇ ਚੱਲ ਕੇ ਨਹੀਂ ਜਾਂਦਾ, ਕਿਸੇ ਰਾਜੇ ਕੋਲੇ। ਪੰਥ ਦਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਉੱਥੇ ਬੁਲਾਉਂਦਾ ਜਿਹਨੇ ਸ਼ਰਨ ਆਉਣਾ ਹੁੰਦਾ। ਅਸੀਂ ਜਾ ਕੇ ਉੱਥੇ ਇਹ ਗੱਲ ਕਹਿੰਦੇ ਜੀ ਅੱਜ ਮੋਦੀ ਜੀ ਨਿਮਗੇ, ਅੱਜ ਮੋਦੀ ਜੀ ਸਿੱਖਾਂ ਦੇ ਨਾਲ ਹਮਦਰਦੀ ਪੈਦਾ ਹੋਊਗੀ ਅਤੇ ਅਸੀਂ ਉਹਨਾਂ ਨੂੰ ਮਿਲਣਾ। ਮਿਲਣ 'ਚ ਕੋਈ ਹਰਜ ਨਹੀਂ, ਲੇਕਿਨ ਤੁਸੀਂ ਸੰਭਲ ਤਾਂ ਲਓ ਵੀ ਆਖਿਰ ਕਿਉਂ ਇਹ ਹੋ ਰਿਹਾ, ਕਿਉਂ ਵੋਟਾਂ ਦੇ ਟਾਈਮ 'ਤੇ ਇਹ ਹੋ ਰਿਹਾ। ਪਹਿਲਾਂ ਨਾ ਕਿਸੇ ਨੇ ਸੱਦਿਆ ਜੀ। ਅਸੀਂ ਇਹ ਗੱਲ ਚਾਹੁੰਦੇ ਹਾਂ। ਹੁਣ ਸਵਾਲ ਹੈ ਬਈ, ਇਹ ਮੈਂ ਪੁੱਛਦਾ ਹਾਂ ਸੰਤਾਂ ਮਹਾਂਪੁਰਖਾਂ ਨੂੰ ਜਾਂ ਸਰਸਾ ਜੀ ਨੂੰ ਪੁੱਛਦਾ ਵੀ ਇਹਨਾਂ ਦੇ ਵਿੱਚ ਸਾਰੇ ਡੈਲੀਗੇਸ਼ਨ ਦੇ ਵਿੱਚ ਸਿਰਫ ਅਤੇ ਸਿਰਫ ਸਿਮਰਨ ਕਰਨ ਵਾਲੇ, ਭਗਤੀ ਕਰਨ ਵਾਲੇ, ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਮਹਾਂਪੁਰਖਾਂ ਤੋਂ ਬਿਨਾਂ ਜਿਹੜੇ ਰਾਜਨੀਤਿਕ ਉੱਚ ਕੋਟੀ ਦੇ ਵਿਦਵਾਨ ਕਿੱਥੇ ਸੀ? ਮੈਨੂੰ ਸਮਝਾ ਦਿਓ। ਸੰਤ ਸੀਚੇਵਾਲ ਜੀ ਦਾ ਇੱਕ ਪ੍ਰੋਗਰਾਮ ਹੈ, ਤੁਸੀਂ ਉਹਨਾਂ ਦਾ ਨਾਂ ਲਿਆ, ਮੈਂ ਉਹਨਾਂ ਨੂੰ ਬੜਾ ਮੇਰੇ ਮਨ 'ਚ ਸਤਿਕਾਰ ਹੈ ਉਹਨਾਂ ਪ੍ਰਤੀ। ਵਾਤਾਵਰਨ ਸੰਭਾਲਣ ਦੇ ਵਿੱਚ ਸੰਤ ਸੀਚੇਵਾਲ ਜੀ ਦਾ ਬਹੁਤ ਦੇਣ ਹੈ। ਪੰਜਾਬ ਨੂੰ ਨਹੀਂ, ਉਹ ਇੰਡੀਆ ਦੀ ਦੇਣਾ, ਇੰਡੀਆ ਨੇ ਉਹਨਾਂ ਨੂੰ, ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਹੈ, ਕੋਈ ਸ਼ੱਕ ਨਹੀਂ। ਸਾਡੇ ਹਿਰਦੇ 'ਚ ਲਿਖਿਆ ਹੈ, ਸੰਤ ਜੀ ਨੇ ਬਹੁਤ ਕੰਮ ਕੀਤਾ। ਲੇਕਿਨ ਰਾਜਨੀਤੀ ਅਤੇ ਜਿਹੜਾ ਹੈਗਾ ਵਾਤਾਵਰਨ ਸੰਭਾਲ ਦੋ ਅਲੱਗ ਵਿਸ਼ੇ ਹੈ। ਠੀਕ ਹੈ ਜੀ। ਸੰਤ ਹੋਣਾ ਇੱਕ ਅਲੱਗ ਵਿਸ਼ਾ, ਰਾਜਨੀਤਿਕ ਹੋਣਾ ਇੱਕ ਅਲੱਗ ਵਿਸ਼ਾ। ਸੰਤ ਰਾਜਨੀਤਿਕ ਹੋ ਸਕਦਾ ਹੈ ਪਰ ਰਾਜਨੀਤਿਕ ਕਦੇ ਸੰਤ ਨਹੀਂ ਹੋ ਸਕਦਾ। ਇਹ ਵੀ ਨਾਲ ਗੱਲ ਹੈ, ਰਾਜਨੀਤਿਕ ਬੰਦਾ ਕਦੇ ਸੰਤ ਨਹੀਂ ਹੋ ਸਕਦਾ। ਸੰਤ ਤਾਂ ਰਾਜਨੀਤਿਕ ਹੋ ਸਕਦਾ। ਹੁਣ ਜਿਹੜੀ ਇਹ ਗੱਲ ਅਸੀਂ ਇਹ ਕਹਿੰਦੇ ਹਾਂ, ਸਰਦਾਰ ਤਲੋਚਨ ਸਿੰਘ ਤੋਂ ਬਿਨਾਂ ਕੋਈ ਨਹੀਂ। ਸਰਦਾਰ ਤਲੋਚਨ ਸਿੰਘ ਅੱਜ ਮੈਂ ਜਾਣਦਾ, ਮੈਂ ਇਹਨਾਂ ਨੂੰ ਬੜਾ ਸੁਣਿਆ, ਬੜਾ ਇਹਨਾਂ ਦੇ ਬਾਰੇ ਮੈਂ ਪੜ੍ਹਿਆ ਇਹਨਾਂ ਨੂੰ। ਲੇਕਿਨ ਅੱਜ ਜੇਕਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਭਾਰਤ ਦੇ ਵਿੱਚ, ਤਾਂ ਇਹਨਾਂ ਦੇ ਅੰਦਰ ਕੋਈ ਕੈਲੀਬਰ ਹੈ। ਇਹ ਟੋਪ ਦੇ ਅੱਜ ਸਾਡੇ ਇਤਿਹਾਸ ਦੇ ਵੀ ਔਰ ਰਾਜਨੀਤੀ ਦੇ ਵੀ ਬਹੁਤ ਉੱਚੀ ਕੋਟੀ ਦੇ ਵਿਦਵਾਨ ਹੈ। ਹੁਣ ਮੈਂ ਤਾਂ ਇਹ ਚਾਹੁੰਦਾ ਬਈ ਸਾਰੇ ਵਿਦਵਾਨ ਜਿੰਨੇ ਨੇ, ਤਰਲੋਚਨ ਸਿੰਘ ਜੀ, ਸਰਦਾਰ ਤਰਲੋਚਨ ਸਿੰਘ ਜੀ ਵਿਦਵਾਨਾਂ ਨੂੰ ਇਕੱਠਾ ਕਰਨ, ਪਲਾਨ ਬਣਾਉਣ ਵੀ ਅਸੀਂ ਅੱਗੇ ਅਗਲੀ ਸਾਡੀ ਰਣਨੀਤੀ ਕੀ ਹੋਊਗੀ। ਹੁਣ ਅਗਲੀ ਰਣਨੀਤੀ ਬਣਾਉਣ ਵਾਸਤੇ ਮੈਂ ਸਮਝਦਾ ਵੀ ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਸਰਦਾਰ ਤਰਲੋਚਨ ਸਿੰਘ ਜੀ ਨੂੰ ਸਾਰਾ ਭਾਰ ਉਹਨਾਂ ਦੇ ਮੋਢਿਆਂ 'ਤੇ ਪਾ ਦੇਣ। ਉਹਨਾਂ ਨੂੰ ਮੂਹਰੇ ਲਾਇਆ ਜਾਵੇ, ਉਹਨਾਂ ਦੀ ਅਗਵਾਈ 'ਚ ਹੋਵੇ, ਉਹਨਾਂ ਨੂੰ ਮੂਹਰੇ ਲਾਇਆ ਜਾਵੇ, ਉਹਨਾਂ ਦੀ ਅਗਵਾਈ 'ਚ ਹੋਵੇ ਔਰ ਉਹਨਾਂ ਦੀ ਗਾਈਡਲਾਈਨ ਲਈ ਜਾਵੇ, ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਤਜਰਬਾ, ਬਹੁਤ ਵੱਡਾ ਉਹਨਾਂ ਦੇ ਕੋਲ ਖਜ਼ਾਨਾ ਹੈ। ਔਰ ਉਹਨਾਂ ਨੂੰ ਸਿੱਖ ਦਰਦ ਵੀ ਹੈ, ਉਹਨਾਂ ਨੂੰ ਪੰਜਾਬ ਦਾ ਦਰਦ ਵੀ ਹੈ, ਉਹਨਾਂ ਨੂੰ ਭਾਰਤ ਦਾ ਦਰਦ ਵੀ ਹੈ। ਐਸੀ ਕੋਈ ਗੱਲ ਨਹੀਂ ਵੀ ਉਹਨਾਂ ਨੂੰ ਇਕੱਲਾ ਸਿੱਖਾਂ ਨੂੰ ਦਰਦ, ਉਹਨਾਂ ਨੂੰ ਭਾਰਤ ਦਾ ਵੀ ਦਰਦ ਹੈਗਾ ਕਿ ਭਾਰਤ 'ਚ ਕੀ ਚਾਹੁੰਦੇ ਆ। ਮੈਂ ਬਿਲਕੁਲ ਉਵੇਂ ਚਾਹੁੰਦਾ ਕਹਿਣਾ ਕਿ ਸਰਦਾਰ ਤਰਲੋਚਨ ਸਿੰਘ ਜੀ ਅੱਜ ਇੱਕ ਐਲਾਨ ਕਰਨ ਵੀ ਭਾਈ ਸਿੱਖੋ, ਜਾਂ ਵੈਸੇ ਉਹਨਾਂ ਨੂੰ ਐਲਾਨ ਕਰਨਾ ਵੀ ਨਹੀਂ ਚਾਹੀਦਾ ਮੇਰੀ ਸੋਚ 'ਚ। ਮੈਂ ਕਹਿੰਦਾ ਵੀ ਸਿੱਖਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਕਹਿਣ ਵੀ ਅੱਗੇ ਆਓ। ਮੈਂ ਚਾਹੁੰਦਾ ਵੀ ਇਹ ਉਵੇਂ ਕਰਨ ਜਿਵੇਂ ਦੂਜੀ ਗੋਲਮੇਜ ਕਾਨਫਰੰਸ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਕਿਹਾ ਸੀ। ਉਦੋਂ ਸਿੱਖਾਂ ਦਾ ਬੁਰਾ ਹਾਲ ਸੀ, ਆਜ਼ਾਦੀ ਤੋਂ ਪਹਿਲਾਂ 30-31 ਤੋਂ ਬਾਅਦ। ਨਾ ਇਹਨਾਂ ਦੀ ਮੁਸਲਮਾਨ ਪੁੱਛਦੇ ਸੀ, ਨਾ ਇਹਨਾਂ ਨੂੰ ਕਾਂਗਰਸ ਪੁੱਛਦੀ ਸੀ, ਨਾ ਇਹਨਾਂ ਨੂੰ ਅੰਗਰੇਜ਼ ਪੁੱਛਦੇ ਸੀ, ਕੋਈ ਨਹੀਂ ਸੀ ਪੁੱਛਦਾ। ਅਤੇ ਮਹਾਰਾਜਾ ਭੁਪਿੰਦਰ ਸਿੰਘ ਨੇ, ਪਟਿਆਲੇ ਵਾਲੇ ਨੇ ਇਹ ਗੱਲ ਕਹੀ ਸੀ। ਅੱਜ ਮੈਨੂੰ ਤਾਂ ਦੁੱਖ ਆਉਂਦਾ ਮਹਾਰਾਜਾ ਸਾਹਿਬ ਦੇ ਉੱਤੇ, ਅਮਰਿੰਦਰ ਸਿੰਘ ਜੀ 'ਤੇ ਮੈਨੂੰ ਤਾਂ ਦੁੱਖ ਆਉਂਦਾ ਕਿ ਯਾਰ ਤੁਹਾਡੇ ਪੁਰਖੇ ਨੇ ਕਿੱਡੀਆਂ ਗੱਲਾਂ ਕਰ ਗਈਆਂ ਵੱਡੀਆਂ, ਤੁਸੀਂ ਕੋਈ ਵੀ ਇੱਕ ਗੱਲ ਨਹੀਂ ਕੀਤੀ ਜਿਹੜੀ ਕਿ ਸਿੱਖ ਹਿੱਤਾਂ ਦੇ ਵਿੱਚ ਹੋਵੇ।
ਉਹ ਤਾਂ ਫਿਰ ਰਾਜਸੀਅਤ ਹੈ ਨਾ ਉਹਨਾਂ ਦੇ। ਤੇ ਫਿਰ ਤੁਸੀਂ ਰਾਜਨੀਤੀ ਨੂੰ ਪਰਾਂ ਛੱਡ ਕੇ ਤੁਹਾਨੂੰ ਸਿੱਖੀ ਪਹਿਲਾਂ ਕਿ ਰਾਜਨੀਤੀ ਪਹਿਲਾਂ? ਉਹ ਨਾ ਕਰੋ ਤੁਸੀਂ। ਮੈਨੂੰ ਜਦੋਂ ਤੁਹਾਡਾ ਘਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿਤਾ ਤੇਰਾ ਘਰ ਮੇਰਾ ਐਸਾ, ਤੇ ਫਿਰ ਕਿਉਂ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਦੇ ਘਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਆ ਤੇ ਅਸੀਂ ਉਹਨਾਂ ਦੇ ਆਸਰੇ ਤੋਂ ਬਿਨਾਂ ਕਿਵੇਂ ਚੱਲਾਂਗੇ? ਤੇ ਕਿਉਂ ਅਸੀਂ ਦੂਸਰਾ ਆਸਰਾ ਲਈ ਜਾਂਦੇ ਹਾਂ? ਇਹਨਾਂ ਨੂੰ ਇਹ ਚਾਹੀਦਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਵਾਂਗੂ, ਜਿਵੇਂ ਉਹਨੇ ਕਿਹਾ ਸੀ ਕਿ ਓਏ ਸਿੱਖੋ, ਉਹ ਸਿੱਖੋ, ਤੁਸੀਂ ਪੰਜਾਬੀਓ ਸਿੱਖੋ, ਅੱਜ ਮੈਨੂੰ ਲੀਡਰ ਮੰਨ ਲਓ ਸਿੱਖਾਂ ਦਾ, ਅਤੇ ਮੈਨੂੰ ਭੇਜੋ ਤੁਸੀਂ ਗੋਲਮੇਜ ਕਾਨਫਰੰਸ ਦੇ ਵਿੱਚ, ਇਤਿਹਾਸ 'ਚ ਲਿਖੇ ਹੋਏ ਸ਼ਬਦ ਉਹ, ਮੈਨੂੰ ਤੁਸੀਂ ਗੋਲਮੇਜ ਕਾਨਫਰੰਸ ਭੇਜੋ, ਮੈਂ ਸਿੱਖਾਂ ਵਾਸਤੇ ਕੁਛ ਲੈ ਕੇ ਆਊਂਗਾ ਜੀ। ਅਤੇ ਉਹਨੇ ਲੈ ਆਉਣਾ ਸੀ, ਪਰ ਨਹੀਂ ਭੇਜਿਆ। ਨਹੀਂ ਭੇਜਣਾ ਕੀ ਸ਼ੌਕ ਹੈ? ਜੇ ਅਸੀਂ ਤੈਨੂੰ ਭੇਜ ਦਿੱਤਾ ਤਾਂ ਤੂੰ ਤਾਂ ਇੱਥੇ ਰਾਜਾਸ਼ਾਹੀ ਬਣਾ ਲਏਂਗੇ। ਅਤੇ ਹੁਣ ਕੈਪਟਨ ਸਾਹਿਬ ਨੂੰ ਦੇ ਕੇ ਤਾਂ ਰਾਜਾਸ਼ਾਹੀ ਨਹੀਂ ਬਣਾਈ 4.5 ਸਾਲ। ਕੀ ਹੈ ਰਾਜਾਸ਼ਾਹੀ? ਆਹੀ ਹੁੰਦੀ ਹੈ, 2 ਵਜੇ ਨਿਕਲਣਾ, 4 ਵਜੇ ਅੰਦਰ ਵੜ ਜਾਣਾ, ਆਹ ਰਾਜਾਸ਼ਾਹੀ ਆ। ਹੋਰ ਕੀ ਹੈ ਰਾਜਾਸ਼ਾਹੀ? ਹੁਣ ਤੁਸੀਂ ਸਾਰੇ ਕਹੀ ਜਾਂਦੇ ਵੀ ਰਾਜਾਸ਼ਾਹੀ ਹੈ। ਯਾਰ ਇਹ ਗੱਲਾਂ ਨਹੀਂ ਗੀਆਂ। ਜਿਸ ਨੇ ਕੰਮ ਕਰਨਾ ਉਹਨਾਂ ਨੇ ਕਰਨਾ ਹੁੰਦਾ। ਜਾਣੀ ਅੱਜ ਦੇ ਸੰਦਰਭ 'ਚ ਤਾਂ ਤਰਲੋਚਨ ਸਿੰਘ ਨੂੰ ਚਾਹੀਦਾ ਨਾ ਜੀ ਵੀ ਉਹਨਾਂ ਨਾਲ। ਮੈਂ ਤੁਹਾਨੂੰ ਦੂਜੀ ਗੱਲ ਕੜੀ ਜੋੜ ਕੇ ਦੱਸਦਾ, ਮੈਂ ਹੁਣ ਨਹੀਂ ਗੱਲ। ਦੇਖੋ, ਚਾਹੀਦਾ ਸਰਦਾਰ ਤਰਲੋਚਨ ਸਿੰਘ ਜੀ ਨੂੰ ਅਗਵਾਈ ਕਰਨੀ ਚਾਹੀਦੀ ਹੈ ਕੌਮ ਦੀ ਜੀ। ਮੈਂ ਕਹਿੰਦਾ ਵਿਦਵਾਨਾਂ ਨਾਲ ਲੈ ਕੇ ਚੱਲ, ਲੇਕਿਨ ਉਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਭੁਪਿੰਦਰ ਸਿੰਘ ਨੇ ਵੀ ਮੈਂ ਤੁਹਾਨੂੰ ਕੋਈ ਲੈ ਕੇ ਦੇਊਂਗਾ, ਅਤੇ ਉਹਨੇ ਲੈ ਕੇ ਦੇਣਾ ਸੀ ਜੀ, ਕਿਉਂਕਿ ਉਸਨੇ ਇਕੱਲੇ ਅੰਗਰੇਜ਼ੀ ਰਾਜ ਦੇ ਸਿੱਖਾਂ ਨੂੰ ਨਹੀਂ ਸੀ ਵੇਖਣਾ। ਉਹਨੇ ਕਹਿੰਦਾ ਮੇਰੀਆਂ ਰਿਆਸਤਾਂ ਵੇਖੋ, ਮੇਰੀ ਰਿਆਸਤਾਂ 'ਚ ਕਿੰਨਾ ਸਿੱਖ ਹੈ। ਹੁਣ ਇੱਕ ਗੱਲਾਂ ਲੰਮੀਆਂ ਹੋ ਜਾਂਦੀਆਂ, ਆਪਾਂ ਲੰਮੀ ਗੱਲ ਨਹੀਂ ਕਰਦੇ। ਅੰਗਰੇਜ਼ਾਂ ਨੇ ਕਿਹਾ ਸੀ ਕਿ ਤੁਸੀਂ ਕਿਸੇ ਜਗ੍ਹਾ 2 ਤਹਿਸੀਲਾਂ 'ਚ ਬਹੁ ਗਿਣਤੀ ਸਾਬਤ ਕਰ ਦਿਓ, ਅਸੀਂ ਤੁਹਾਡਾ ਰਾਜ ਦੇ ਦਿਆਂਗੇ। ਅੱਛਾ ਜੀ, ਇਹ ਇਤਿਹਾਸ 'ਚ ਲਿਖਿਆ ਹੋਇਆ। ਅਤੇ ਸਿੱਖਾਂ ਤੋਂ ਦੋ ਤਹਿਸੀਲਾਂ 'ਚ ਬਹੁ ਗਿਣਤੀ ਸਾਬਤ ਨਹੀਂ ਹੋਈ ਸਿੱਖਾਂ ਦੀ। ਅੱਛਾ ਜੀ, ਉਸ ਵੇਲੇ ਦੇ ਪੰਜਾਬ 'ਚ। ਅੱਛਾ ਜੀ, ਕੇਵਲ ਅਤੇ ਕੇਵਲ ਮੋਗਾ ਤਹਿਸੀਲ ਵਿੱਚ ਸਿੱਖਾਂ ਦੀ ਬਹੁ ਗਿਣਤੀ ਸੀ, ਜਾਂ ਤਰਨਤਾਰਨ ਤਹਿਸੀਲ ਦੇ ਵਿੱਚ ਸਿੱਖਾਂ ਦੀ ਬਹੁ ਗਿਣਤੀ ਸੀ। ਇਹਨਾਂ ਦੋਵਾਂ ਦੀਆਂ ਹੱਦਾਂ ਨਹੀਂ ਸੀ ਰਲਦੀਆਂ। ਠੀਕ ਹੈ, ਇਹ ਵੀ ਸਾਡੀ ਤਰਾਸਦੀ ਹੈ ਇੱਕ ਇਤਿਹਾਸ ਦੀ, ਇਹ ਵੀ ਕੋਈ ਨਹੀਂ ਵੇਖਿਆ ਕਿਸੇ ਨੇ। ਜੇ ਉਹ ਆ ਜਾਂਦਾ ਉਹਨੇ ਕਹਿਣਾ ਸੀ ਸਾਰੀ ਮੇਰੀ ਪਟਿਆਲਾ ਰਿਆਸਤ ਸਿੱਖ ਹੈ, ਅਤੇ ਸਾਰੀ ਮੇਰੀ ਫਰੀਦਕੋਟ ਰਿਆਸਤ ਸਿੱਖ ਹੈ, ਸਾਰੀ ਜੀਨ ਸਾਰਾ ਸਿੱਖ ਹੀ ਬੈਠਿਆਂ ਸੀ। ਅਤੇ ਕਿਤੇ ਦੀ ਕਿਤੇ ਗੱਲ ਜਾਣੀ ਸੀ, ਅਤੇ ਦਿਓ ਸਾਡੇ ਵਾਸਤੇ ਤੀਜਾ ਹਿੱਸਾ। ਔਰ ਅੱਜ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਪੜ੍ਹ ਕੇ ਵੇਖੋ ਮੇਰੇ ਵੀਰੋ, ਰੋ ਰਿਹਾ ਸਰਦਾਰ ਕਪੂਰ ਸਿੰਘ ਅੱਜ ਰੋ ਰਿਹਾ। ਉਹ ਕਹਿੰਦਾ ਵੀ ਤੁਸੀਂ ਸਿੱਖਾਂ ਤੋਂ ਕੁਛ ਵੀ ਨਹੀਂ ਲੈ ਹੋਇਆ, ਅਤੇ ਹੁਣ ਵੀ ਸਾਡੇ ਨਾਲ ਇਹੋ ਹੀ ਹੋਣਾ ਹੈ। ਮੋਦੀ ਸਾਹਿਬ ਨੇ ਵੀ ਸਾਡੇ ਨਾਲ ਉਵੇਂ ਕਰਨਾ ਜਿਵੇਂ ਅੰਗਰੇਜ਼ਾਂ ਨੇ ਅੱਗੇ ਕੀਤਾ ਸੀ। ਮੈਨੂੰ ਇਹਨਾਂ 'ਚ ਨੀਅਤ ਸਾਫ਼ ਨਹੀਂ ਲੱਗਦੀ। ਇਹ ਦਿੱਲੀ ਦਾ ਰਸਤਾ ਵੇਖਦੀ ਹੈ, ਇਲਾਹਾਬਾਦ ਦੇ ਵੇਖਦੀ। ਯਾਨੀ ਸਾਨੂੰ ਚੇਤਨ ਹੋਣ ਦੀ ਸਿੱਖ ਕੌਮ ਨੂੰ ਲੋੜ ਆ ਨਾ ਜੀ, ਫਿਰ ਚੇਤਨ ਹੋਣ ਦੀ ਜੇ ਕੁਛ ਲੈਣਾ। ਬਿਲਕੁਲ ਚੇਤਨ ਹੋਣ ਦੀ ਲੋੜ ਹੈ। ਇਹ 2024 ਦੇਖ ਰਹੇ ਹੈ, ਅਸੀਂ ਆਪਦੀ ਆਜ਼ਾਦੀ ਦੇਖ ਰਹੇ ਹਾਂ। ਹੁਣ ਜਿਹੜੀ ਗੱਲ ਹੈ, ਆਖਰੀ ਗੱਲ ਮੈਂ ਤੁਹਾਨੂੰ ਇਹ ਗੱਲ ਸਿੱਟਾ ਕੱਢਣਾ ਚਾਹੁੰਦਾ, ਜਾਂ ਤੁਸੀਂ ਕਹੋਗੇ ਵੀ ਸਿੱਟਾ ਕੀ ਕੱਢਿਆ, ਹੁਣ ਕਹੋਗੇ ਮਿੰਟਰ ਨੂੰ ਕਹਿ ਦੇਵਾਂਗੇ ਵੀ ਸਿੱਟਾ ਤਾਂ ਦੱਸੋ। ਸਿੱਟਾ ਮੇਰਾ ਸ਼ੇਰਾ ਇਹ ਹੈ ਵੀ ਕੇਵਲ ਅਤੇ ਕੇਵਲ ਵਿਦਵਾਨ ਸਰਕਾਰ ਨਾਲ ਮਿਲਣ ਔਰ ਉਹਨਾਂ ਨੂੰ ਕਹਿਣ ਜੀ ਸਭ ਤੋਂ ਪਹਿਲਾਂ ਸਾਡੀ ਮੰਗ ਹੈ ਕਿ ਸਿੱਖਾਂ ਨੂੰ ਇੱਕ ਕੌਮ ਡਿਕਲੇਅਰ ਕੀਤਾ ਜਾਵੇ। ਠੀਕ ਹੈ ਜੀ, ਭਾਰਤ 'ਚ 3 ਕੌਮਾਂ ਹੈ, ਇਹ ਹਿੰਦੂ ਹੈ, ਮੁਸਲਮਾਨ ਹੈ ਅਤੇ ਸਿੱਖ ਹੈ। ਇੱਕ ਕੌਮ ਡਿਕਲੇਅਰ ਕਰ ਦਿਓ, ਸਾਡੇ ਅਤੇ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਪਾਸ ਕਰ ਦਿਓ ਵੀ ਸਿੱਖ ਇੱਕ ਕੌਮ ਹੈ। ਉਦੋਂ ਅੱਗੇ ਬਾਕੀ ਦੇ ਮਸਲੇ ਫਿਰ ਚਲਾਇਓ। ਜਿਸ ਤਰ੍ਹਾਂ ਦੇ ਵਿੱਚ ਸਾਡੇ ਪੁਰਾਣੇ ਮੁਗਲਾਂ ਦੇ ਰਾਜ ਵਿੱਚ ਜਜ਼ੀਆ ਸਾਰੇ ਭਾਰਤ ਵਿੱਚ ਲੱਗਿਆ ਸੀ, ਲੇਕਿਨ ਸਿੱਖ ਜਜ਼ੀਆ ਨਹੀਂ ਸੀ ਦਿੰਦੇ। ਔਰ ਜਜ਼ੀਆ ਮਾਫ਼ ਕਰਾਇਆ ਸੀ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਅਕਬਰ ਕੋਲੋਂ, ਔਰ ਔਰੰਗਜ਼ੇਬ ਨੇ ਜਜ਼ੀਆ ਦੁਬਾਰਾ ਲਾਤਾ, ਲੇਕਿਨ ਸਿੱਖ ਜਜ਼ੀਆ ਨਹੀਂ ਸੀ ਦਿੰਦੇ। ਅਤੇ ਅੱਜ ਸਿੱਖ ਵੀ ਜਜ਼ੀਆ ਦਿੰਦੇ ਆ ਮੋਦੀ ਸਰਕਾਰ ਦਾ। GST 28% ਹਰ ਕਿਤੇ ਲਾਇਆ ਪਿਆ। ਯਾਰ ਸਾਡਾ ਕੀ ਮਤਲਬ, ਅਸੀਂ ਖੇਤੀ ਕਰਨ ਵਾਲੇ ਬੰਦੇ ਹਾਂ, ਪੈੜੀ 'ਚੋਂ ਪੈਸੇ ਲੈਣੇ ਆ, ਪੈਸੇ ਬੈਂਕ 'ਚ ਜਮ੍ਹਾਂ ਕਰਾਓ, ਜਦੋਂ ਕਢਾਓਗੇ 28% ਕੱਟਿਆ ਜਾਊ। ਵਟ ਨੌਨਸੈਂਸ। ਸਾਰਿਆਂ ਪਾਸੋਂ ਤੋਂ ਮਾਰਨਾ ਨਾ ਜੀ ਗੱਲ। ਸੋ ਸਾਡੀ ਬੇਨਤੀ ਹੈ, ਜੇ ਤੁਸੀਂ ਪੰਜਾਬ ਦੇ ਚਾਹੁੰਦੇ ਆ, ਵਿਦਵਾਨ ਇਕੱਠੇ ਕਰੋ। ਵਿਦਵਾਨ ਇਕੱਠੇ ਕਰਕੇ ਪਹਿਲੀ ਮੰਗ ਇਹ ਰੱਖੋ, ਸਰਦਾਰ ਤਰਲੋਚਨ ਸਿੰਘ ਜੀ ਮੇਰੀ ਬੇਨਤੀ ਹੈ, ਪਹਿਲੀ ਮੰਗ ਇਹ ਰੱਖੋ ਵੀ ਸਿੱਖਾਂ ਨੂੰ ਤੀਜੀ ਕੌਮ ਡਿਕਲੇਅਰ ਕਰੋ, ਫਿਰ ਅਸੀਂ ਅਗਲੀ ਗੱਲ ਕਰਾਂਗੇ। ਮੈਂ ਇੰਨੀ ਬੇਨਤੀ ਨਾਲ, ਮੈਂ ਕੋਈ ਵਿਦਵਾਨ ਨਹੀਂ, ਲੇਕਿਨ ਮੈਂ ਇਤਿਹਾਸ 'ਚੋਂ ਜੋ ਨੁਕਤੇ ਮੈਨੂੰ ਮਿਲਦੇ ਆ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਂਦਾ। ਤਾਂ ਇਹਦੇ ਨਾਲ ਮੇਰੇ ਸੈਂਟੀਮੈਂਟ ਵੀ ਜੁੜਿਆ, ਅਤੇ ਮੇਰੇ ਪੰਜਾਬ ਦਾ ਅਤੇ ਭਾਰਤ ਦਾ ਮੇਰੇ ਦਰਦ ਵੀ ਜੁੜਿਆ ਹੋਇਆ, ਸਿੱਖਾਂ ਦਾ ਦਰਦ ਵੀ ਜੁੜਿਆ ਹੋਇਆ। ਇੰਨੀ ਕੁ ਮੇਰੀ ਬੇਨਤੀ, ਜੇ ਤੁਸੀਂ ਪਹੁੰਚਾ ਦਿਓ ਤੁਹਾਡੇ ਰਾਹੀਂ, ਜੇ ਮੇਰੀ ਇਹ ਗੱਲ ਕਿਤੇ ਪਹੁੰਚ ਜਾਵੇ ਤਾਂ ਹੋ ਸਕਦਾ ਸਿੱਖਾਂ ਦਾ ਭਲਾ ਹੋ ਜੇ। ਮੈਂ ਤਾਂ ਸਿਰਫ ਸਿੱਖਾਂ ਦਾ, ਪੰਜਾਬ ਦਾ, ਭਾਰਤ ਦਾ ਭਲਾ ਚਾਹੁੰਦਾ, ਇਹ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੁੰਦਾ। ਇੰਨੀ ਬੇਨਤੀ ਨਾਲ ਦਾਸ ਖੇਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੱਧ ਤੋਂ ਵੱਧ ਸਾਡੀ ਗੱਲ ਜਾਵੇ। ਅੱਜ ਟਾਈਮ ਆ, ਲੋੜ ਆ ਇਹ ਸਿੱਖ ਕੌਮ ਵਾਸਤੇ, ਸਿੱਖ ਕੌਮ ਦੇ ਹਿੱਤਾਂ ਵਾਸਤੇ।
ਧੰਨਵਾਦ ਦੋਸਤੋ।